Hello, dear students. Hope you all are doing well. Today we'll study the text of the second chapter of section A of 10 plus 2 class. The name of the chapter is The March King, written by Catherine Little Bakeless. My dear students, this is a beautiful chapter about the struggle of a little child to be a musician in his life. ਪਿਆਰੇ ਬੱਚਿਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਸੈਕਸ਼ਨ A ਦਾ ਚੈਪਟਰ 2 ਪੜਾਂਗੇ ਜੋ ਕਿ ਕੈਥਰੀਨ ਲਿਟਲ ਬੇਕਲੈਸ ਜੀ ਨੇ ਲਿਖਿਆ ਹੋਇਆ ਹੈ। ਚੈਪਟਰ ਦਾ ਨਾਮ ਹੈ ਦ ਮਾਰਚ ਕਿੰਗ। ਫੇਮਸ ਮਿਊਜ਼ੀਸ਼ੀਅਨ ਜੌਨ ਫਿਲਿਪ ਸੌਸਾ ਦੀ ਬਚਪਨ ਤੋਂ ਮਾਰਚ ਕਿੰਗ ਬਣਨ ਤੱਕ ਦੀ ਇਹ ਕਹਾਣੀ ਹੈ। A little about the author. Catherine Little Bakeless was born on December 5, 1895 in Bloomsburg, Pennsylvania, USA. ਤਾਂ ਸਾਡੀ ਜੋ ਰਾਈਟਰ ਨੇ ਕੈਥਰੀਨ ਲਿਟਲ ਬੇਕਲਸ, ਉਹਨਾਂ ਦਾ ਜਨਮ 5 ਦਸੰਬਰ 1895 ਨੂੰ ਬਲੂਮਸਬਰਗ ਪੈਨਸਿਲਵੇਨੀਆ USA 'ਚ ਹੋਇਆ ਸੀ। ਅ ਪਲੇਰਾਈਟ ਐਂਡ ਬਾਇਓਗ੍ਰਾਫਰ। ਤਾਂ ਉਹ ਦੋ ਕੰਮ ਕਰਦੇ ਸੀ, ਨਾਟਕ ਲਿਖਦੇ ਸੀ ਅਤੇ ਲੋਕਾਂ ਦੀਆਂ ਜੀਵਨੀਆਂ ਲਿਖਦੇ ਸੀ। ਸ਼ੀ ਡਾਈਡ ਇਨ 1992 ਇਨ ਕਨੈਕਟੀਕਟ। ਉਹਨਾਂ ਦਾ ਦੇਹਾਂਤ 1992 ਵਿੱਚ ਹੋ ਗਿਆ। And she has written this chapter, and this chapter is about in 1880 when US Marine Band was in search of new leadership. Sosa was the perfect candidate. So this chapter is about John Philip Sosa. 1880 'ਚ ਜੋ ਸਾਡੀ ਅਮਰੀਕਨ ਆਰਮੀ ਸੀ ਉਸਦੇ ਮਰੀਨ ਬੈਂਡ ਨੂੰ ਲੀਡਰ ਦੀ ਜ਼ਰੂਰਤ ਸੀ ਅਤੇ ਉਦੋਂ ਸੌਸਾ ਨੂੰ ਇੱਕ ਪਰਫੈਕਟ ਕੈਂਡੀਡੇਟ ਉਸ ਲਈ ਮੰਨਿਆ ਗਿਆ ਸੀ। ਹੀ ਵਾਜ਼ ਅ ਮੀਅਰ 26 ਵੈਨ ਹੀ ਐਕਸੈਪਟਿਡ ਦਿਸ ਲੀਡਰਸ਼ਿਪ। ਸਿਰਫ 26 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਉਹਨਾਂ ਨੇ ਇਹ ਲੀਡਰਸ਼ਿਪ ਲੈ ਲਈ ਸੀ ਔਰ ਉਸ ਤੋਂ ਬਾਅਦ ਹੀ ਕੰਪੋਜ਼ਡ ਮੋਰ ਦੈਨ 100 ਮਾਰਚਿਸ। ਉਹਨਾਂ ਨੇ 100 ਤੋਂ ਜ਼ਿਆਦਾ ਮਾਰਚਿਸ ਸੀ ਜਿਹੜੇ ਉਹ ਕੰਪੋਜ਼ ਕੀਤੇ ਐਂਡ ਹੀ ਵਾਜ਼ ਵੈਰੀ ਫੇਮਸ ਦੇਅਰ, ਸੋ ਹੀ ਵਾਜ਼ ਨੋਨ ਐਜ਼ ਮਾਰਚ ਕਿੰਗ। ਬਹੁਤ ਜ਼ਿਆਦਾ ਕੰਮ ਉਹਨਾਂ ਨੇ ਕੀਤਾ 5 ਰਾਸ਼ਟਰਪਤੀਆਂ ਦੇ ਕਾਰਜਕਾਲ ਦੇ ਦੌਰਾਨ ਔਰ ਵਾਸ਼ਿੰਗਟਨ ਪੋਸਟ ਮਾਰਚ ਉਹਨਾਂ ਦਾ ਮੋਸਟ ਫੇਮਸ ਮਾਰਚ ਸੀ। ਸੋ ਇਸ ਤਰੀਕੇ ਨਾਲ ਉਹਨਾਂ ਨੇ ਇੰਨੀਆਂ ਜ਼ਿਆਦਾ ਧੁਨਾਂ ਕੰਪੋਜ਼ ਕੀਤੀਆਂ, ਇੰਨੇ ਫੇਮਸ ਹੋਏ ਕਿ ਲੋਕ ਉਹਨਾਂ ਨੂੰ ਮਾਰਚ ਕਿੰਗ ਕਹਿਣ ਲੱਗ ਗਏ। ਨਾਓ ਵਿਲ ਡਿਸਕਸ ਦ ਚੈਪਟਰ। ਨਾਓ ਦ ਚੈਪਟਰ ਸਟਾਰਟਸ। In the beginning of the chapter, John Philip Sosa is standing with his mother and is watching the parade pass by. The United States Marine Band was rapidly coming closer to where they stood. Philip jumped up and down and cried excitedly, "Look, Mama, there's Papa now. March along in the brass section," and Mr. Sosa looked very handsome. ਸੋ ਸਾਡੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੌਨ ਫਿਲਿਪ ਸੌਸਾ ਆਪਣੀ ਮਾਤਾ ਜੀ ਨਾਲ ਖੜੇ ਪਰੇਡ ਦੇਖ ਰਿਹਾ ਹੈ। ਉਹ ਪਰੇਡ ਕਿਹਦੀ ਹੈ? ਯੂਨਾਈਟਿਡ ਸਟੇਟਸ ਦੇ ਮਰੀਨ ਬੈਂਡ ਦੀ ਹੈ ਜਿਸ ਵਿੱਚ ਉਸਦੇ ਪਿਤਾ ਜੀ ਮਿਸਟਰ ਸੌਸਾ ਕੰਮ ਕਰਦੇ ਆ ਔਰ ਉਹ ਪਰੇਡ ਨੂੰ ਦੇਖਦੇ ਹੀ ਫਿਲਿਪ ਐਕਸਾਈਟਡ ਹੋ ਜਾਂਦਾ ਹੈ, ਉਹ ਜੰਪ ਕਰਨ ਲੱਗ ਜਾਂਦਾ ਹੈ, ਮੰਮਾ ਦੇਖੋ ਪਾਪਾ ਆ ਗਏ। ਫਿਲਿਪ ਦੇ ਪਾਪਾ ਬਰਾਸ ਸੈਕਸ਼ਨ ਦੇ ਵਿੱਚ ਜਾ ਰਹੇ ਹੁੰਦੇ ਹਨ, ਬਹੁਤ ਸੁੰਦਰ ਦਿਖਦੇ ਹਨ। ਹੀ ਵਿੰਕਡ ਐਜ਼ ਹੀ ਵੈਂਟ ਬਾਏ। ਜਦੋਂ ਫਿਲਿਪ ਕੋਲੋਂ ਲੰਘਿਆ ਉਹਨਾਂ ਨੇ ਉਸ ਨੂੰ ਅੱਖ ਮਾਰੀ। ਫਿਲਿਪ ਗ੍ਰਿੰਡ ਬੈਕ। ਫਿਲਿਪ ਖੁਸ਼ੀ ਨਾਲ ਹੱਸਿਆ। ਫਿਲਿਪ ਲਵਡ ਬੈਂਡਸ ਐਂਡ ਦ ਨੇਸ਼ਨਸ ਕੈਪੀਟਲ was a fine place to hear them during the early 1860s. ਫਿਲਿਪ ਨੂੰ ਬੈਂਡਸ ਬਹੁਤ ਪਸੰਦ ਸੀ ਔਰ 1860 ਦੇ ਆਸ-ਪਾਸ ਆਮ ਤੌਰ 'ਤੇ ਬੈਂਡ ਲੋਕਾਂ ਨੂੰ ਸੁਣਨ ਨੂੰ ਮਿਲਦੇ ਸੀ। ਵਾਸ਼ਿੰਗਟਨ ਵਾਜ਼ ਫੁੱਲ ਆਫ ਬੈਂਡਸ। ਵਾਸ਼ਿੰਗਟਨ ਦੇ ਵਿੱਚ ਬਹੁਤ ਸਾਰੇ ਬੈਂਡਸ ਸੀ ਐਂਡ ਫਿਲਿਪ ਲਵ ਦੈਮ ਆਲ। ਸਾਰੇ ਹੀ ਬੈਂਡਸ ਫਿਲਿਪ ਨੂੰ ਪਸੰਦ ਸੀ। Now with rapture in his eyes he watched the Marine Band in all its 12 glory. ਉਹਨਾਂ ਨੇ ਮਰੀਨ ਬੈਂਡ ਨੂੰ ਆਪਣੀ ਪੂਰੀ ਸ਼ਾਨ ਦੇ ਵਿੱਚ ਦੇਖਿਆ and as it disappeared down the street he vowed to become a musician. ਔਰ ਜਦੋਂ ਇਹ ਬੈਂਡ ਉਹਨਾਂ ਦੀ ਅੱਖਾਂ ਤੋਂ ਉੱਜਲ ਹੋ ਗਿਆ ਤਾਂ ਉਹਨੇ ਆਪਣੇ ਮਨ 'ਚ ਇੱਕ ਸ਼ਪਥ ਲਈ, ਇੱਕ ਸਹੁੰ ਖਾਧੀ, ਸਹੁੰ ਖਾਧੀ ਕਿ ਉਹ ਵੀ ਇੱਕ ਸੰਗੀਤਕਾਰ ਬਣੇਗਾ। Soon 7-year-old Philip started to attend a school of music. ਸੋ ਪਹਿਲੀ ਵਾਰ ਫਿਲਿਪ ਨੇ ਮਿਊਜ਼ੀਸ਼ੀਅਨ ਬਣਨ ਬਾਰੇ ਕਦੋਂ ਸੋਚਿਆ? ਜਦੋਂ ਉਸਦੀ ਉਮਰ 7 ਸਾਲ ਦੀ ਸੀ ਅਤੇ ਉਸਨੇ ਆਪਣੇ ਪਿਤਾ ਜੀ ਨੂੰ ਮਰੀਨ ਬੈਂਡ ਦੇ ਵਿੱਚ ਦੇਖਿਆ।
ਉਸ ਤੋਂ ਫੌਰਨ ਬਾਅਦ ਹੀ ਉਸਨੇ ਮਿਊਜ਼ਿਕ ਸਕੂਲ ਜੁਆਇਨ ਕਰ ਲਿਆ। ਕਿੱਥੇ? ਇਨ ਹਿਜ਼ ਨੇਬਰਹੁੱਡ, ਆਪਣੇ ਗੁਆਂਢ ਦੇ ਮਿਊਜ਼ਿਕ ਸਕੂਲ। He liked all his studies, but he particularly enjoyed learning to play the violin. ਸੰਗੀਤ ਦੇ ਵਿੱਚ ਉਹਨੂੰ ਸਭ ਕੁਝ ਪਸੰਦ ਸੀ, ਲੇਕਿਨ ਵਾਇਲਨ ਸਭ ਤੋਂ ਜ਼ਿਆਦਾ ਪਸੰਦ ਸੀ। It was not very long before he excelled in playing that instrument, for he was both talented and eager to learn. ਇਹ ਜ਼ਿਆਦਾ ਸਮਾਂ ਨਹੀਂ ਲੱਗਿਆ ਉਹਨਾਂ ਨੂੰ ਕਿ ਉਹ ਵਾਇਲਨ ਵਜਾਉਣ ਦੇ ਵਿੱਚ ਸਭ ਤੋਂ ਅੱਗੇ ਨਿਕਲ ਗਿਆ ਉਹ 7 ਸਾਲ ਦਾ ਬੱਚਾ, ਕਿਉਂਕਿ ਬਹੁਤ ਹੀ ਟੈਲੈਂਟਡ ਵੀ ਸੀ, ਉਸਦੇ ਵਿੱਚ ਹੁਨਰ ਵੀ ਸੀ, ਐਂਡ ਈਗਰ ਟੂ ਲਰਨ, ਉਹਨੂੰ ਸਿੱਖਣ ਦੀ ਉਤਸੁਕਤਾ ਵੀ ਸੀ। ਇਸ ਲਈ ਉਹ ਬਹੁਤ ਜਲਦੀ ਸਾਰਿਆਂ ਤੋਂ ਵਧੀਆ ਵਾਇਲਨ ਵਜਾਉਣ ਲੱਗਾ। ਬਟ ਫਿਲਿਪ ਡਿਡ ਨਾਟ ਸਪੈਂਡ ਆਲ ਹਿਸ ਟਾਈਮ ਪਲੇਇੰਗ ਦ ਵਾਇਲਨ, ਹੀ ਲਵ ਟੂ ਪਲੇ ਬੇਸਬਾਲ ਟੂ। ਤਾਂ ਫਿਲਿਪ ਦਾ ਸਾਰਾ ਟਾਈਮ ਵਾਇਲਨ ਵਜਾਉਂਦੇ ਨਹੀਂ ਨਿਕਲਦਾ ਸੀ, ਉਸਨੂੰ ਇੱਕ ਹੋਰ ਐਕਟੀਵਿਟੀ ਵੀ ਪਸੰਦ ਸੀ, ਉਹ ਕੀ ਸੀ? ਬੇਸਬਾਲ ਖੇਡਣਾ। ਐਂਡ ਦੈਟ ਇਜ਼ ਵਾਈ ਹੀ ਗੋਟ ਇਨ ਟੂ ਟਰਬਲ ਵਨ ਈਵਨਿੰਗ ਵੈਨ ਹੀ ਵਾਜ਼ 11 years old। 7 ਸਾਲ ਦੀ ਉਮਰ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਸੰਗੀਤ ਸਿੱਖਦਾ ਰਿਹਾ। ਤਾਂ 11 ਸਾਲ ਦੀ ਉਮਰ 'ਚ ਇੱਕ ਘਟਨਾ ਹੋਈ ਜੋ ਕਿ ਉਸਦੇ ਬੇਸਬਾਲ ਖੇਡਣ ਦੀ ਆਦਤ ਨਾਲ ਜੁੜੀ ਹੋਈ ਸੀ, ਜਿਸ ਕਰਕੇ ਉਹ ਮੁਸੀਬਤ 'ਚ ਵੀ ਫਸ ਗਿਆ। ਹੋਇਆ ਕੀ ਸੀ? ਐਵਰੀ ਈਅਰ ਐਨ ਈਵਨਿੰਗ ਕੰਸਰਟ ਵਾਜ਼ ਗਿਵਨ ਬਾਏ ਦ ਮਿਊਜ਼ਿਕ ਸਕੂਲ। ਤਾਂ ਜਿਸ ਮਿਊਜ਼ਿਕ ਸਕੂਲ 'ਚ ਲੱਗਾ ਹੋਇਆ ਸੀ ਸਾਡਾ ਜੌਨ ਫਿਲਿਪ ਸੋਸਾ, ਉਹ ਹਰ ਸਾਲ ਇੱਕ ਕੌਂਸਰਟ ਕਰਵਾਉਂਦੇ ਸੀ। ਦਿਸ ਈਅਰ ਫਿਲਿਪ had been chosen to play a violin solo। ਇਸ ਸਾਲ ਉਹਨਾਂ ਦੇ ਟੀਚਰ ਨੇ ਫਿਲਿਪ ਨੂੰ ਚੁਣਿਆ ਸੀ ਕਿ ਉਹ ਇਕੱਲਾ ਵਾਇਲਨ ਵਜਾਏਗਾ ਸਟੇਜ ਦੇ ਉੱਪਰ। ਸੋਲੋ ਪਰਫੋਰਮੈਂਸ ਲਈ ਉਸਨੂੰ ਚੁਣਿਆ ਗਿਆ। For several months he had been earning money by directing a small band। ਕਿੰਨੇ ਮਹੀਨੇ ਤੋਂ ਪੈਸੇ ਕਮਾ ਰਿਹਾ ਸੀ, ਇੱਕ ਛੋਟੇ ਜਿਹੇ ਸਮਾਲ ਬੈਂਡ ਨੂੰ ਡਾਇਰੈਕਟ ਕਰ ਰਿਹਾ ਸੀ। So the thought of playing in the concert did not make him least bit nervous। ਇਸ ਲਈ ਕੌਂਸਰਟ ਦੇ ਵਿੱਚ ਹਿੱਸਾ ਲੈਣ ਨਾਲ, ਇਸ ਖਿਆਲ ਨਾਲ ਉਸਨੂੰ ਬਿਲਕੁਲ ਵੀ ਕੋਈ ਨਰਵਸਨੈਸ ਨਹੀਂ ਹੋਈ, ਉਹ ਤਾਂ ਪੂਰਾ ਕੌਨਫੀਡੈਂਟ ਸੀ। ਐਂਡ ਬਿਕਾਜ਼ ਹੀ ਡਿਡ ਨਾਟ ਫੀਲ ਨਰਵਸ ਹੀ ਡਿਡ ਅ ਫੁਲਿਸ਼ ਥਿੰਗ। ਕਈ ਵਾਰੀ ਨਾ ਅਸੀਂ ਡਰ ਕੇ ਘਬਰਾ ਕੇ ਕੋਈ ਕੰਮ ਗਲਤ ਨਹੀਂ ਕਰਦੇ, ਓਵਰ ਕੌਨਫੀਡੈਂਸ 'ਚ ਗਲਤ ਕਰ ਜਾਂਦੇ ਹਾਂ। ਇਹੀ ਜੌਨ ਫਿਲਿਪ ਸੋਸਾ ਨਾਲ ਹੋਇਆ। ਉਹ ਬਿਲਕੁਲ ਵੀ ਨਰਵਸ ਨਹੀਂ ਹੋਇਆ ਅਤੇ ਇਸੇ ਚੱਕਰ ਦੇ ਵਿੱਚ, ਇਸੇ ਓਵਰ ਕੌਨਫੀਡੈਂਸ ਦੇ ਵਿੱਚ ਉਹ ਇੱਕ ਮੂਰਖਤਾ ਕਰ ਬੈਠਾ। On the very day of concert, Philip pitched a game of baseball। ਕੌਂਸਰਟ ਵਾਲੇ ਦਿਨ ਹੀ ਉਹ ਬੇਸਬਾਲ ਦੀ ਗੇਮ ਖੇਡਣ ਲੱਗ ਗਿਆ, ਕਿਉਂਕਿ ਇੰਨਾ ਰਿਲੈਕਸ ਸੀ, ਉਹਨੂੰ ਕੋਈ ਟੈਨਸ਼ਨ ਹੀ ਨਹੀਂ ਸੀ ਕਿ ਸ਼ਾਮ ਨੂੰ ਮੇਰੀ ਪਰਫੋਰਮੈਂਸ ਹੈ। ਹੀ ਵਾਜ਼ ਟਾਇਰਡ ਐਂਡ ਪਫਿੰਗ ਐਜ਼ ਹੀ ਕੇਮ ਡੈਸ਼ਿੰਗ ਹੋਮ ਐਟ ਸੱਪਰ ਟਾਈਮ। ਖਾਣੇ ਦੇ ਟਾਈਮ 'ਤੇ ਘਰ ਭੱਜਿਆ ਆਇਆ, ਥੱਕਿਆ ਹੋਇਆ, ਹਫਦਾ ਹੋਇਆ। ਡਰਟ ਵਾਜ਼ ਸਟ੍ਰੀਕਡ ਅਕਰੋਸ ਹਿਜ਼ ਮੋਇਸਟ ਫੋਰਹੈਡ। ਪਸੀਨੇ ਨਾਲ ਲੱਥ-ਪੱਥ, ਮਿੱਟੀ ਨਾਲ ਲਿਬੜਿਆ ਹੋਇਆ। ਹਿਜ਼ ਕਲੋਥਸ ਵਰ ਡਸਟੀ ਐਂਡ ਰਿੰਕਲਡ। ਉਸਦੇ ਕੱਪੜੇ ਪੂਰੀ ਤਰ੍ਹਾਂ ਮਿੱਟੀ ਨਾਲ ਭਰੇ ਹੋਏ ਸੀ ਅਤੇ ਉਸਦੇ ਕੱਪੜੇ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਸੀ, ਡੈਮੇਜ ਹੋ ਚੁੱਕੇ ਸੀ। ਉਹਨਾਂ 'ਤੇ ਮਤਲਬ ਕੱਪੜਿਆਂ ਦੇ ਉੱਤੇ ਰਿੰਕਲਸ, ਵੱਲ ਪੈ ਚੁੱਕੇ ਸੀ। ਆਈ ਐਮ ਸਟਾਰਵਡ ਹੀ ਕਰਾਈਡ ਐਜ਼ ਹੀ ਪਾਸਡ ਦ ਕਿਚਨ ਔਨ ਹਿਜ਼ ਵੇ ਅਪਵਰਡਸ। ਅਤੇ ਉੱਪਰ ਜਾਂਦੇ ਜਾਂਦੇ ਰਸੋਈ 'ਚੋਂ ਲੰਘਣ ਲੱਗੇ ਉਹ ਕਹਿੰਦਾ, ਮੈਨੂੰ ਭੁੱਖ ਲੱਗੀ ਹੈ। ਦੇਅਰ ਵਾਜ਼ ਨੋ ਆਨਸਰ। ਐਕਚੁਅਲੀ ਇਹ ਗੱਲ ਉਹ ਆਪਣੀ ਮੰਮਾ ਨੂੰ ਕਹਿ ਰਿਹਾ ਸੀ, ਲੇਕਿਨ ਉਸਨੂੰ ਕੋਈ ਜਵਾਬ ਨਹੀਂ ਮਿਲਿਆ। ਐਂਡ ਸਡਨਲੀ ਫਿਲਿਪ ਰਿਅਲਾਈਜ਼ ਦੈਟ ਸਮਥਿੰਗ ਵਾਜ਼ ਰੋਂਗ। ਅਚਾਨਕ ਉਸਨੂੰ ਲੱਗਿਆ ਕਿ ਕੁਛ ਗਲਤ ਹੈ। ਦ ਹਾਊਸ ਵਾਜ਼ ਸੋ ਕੁਆਇਟ। ਘਰ ਬਿਲਕੁਲ ਚੁੱਪਚਾਪ ਸੀ। ਦੈਟ ਹੀ ਕੁਡ ਹੀਅਰ ਦ ਸਲੋ ਟਿਕਿੰਗ ਆਫ ਦ ਬਿਗ ਕਲੌਕ ਇਨ ਦ ਹਾਲ। ਤਾਂ ਘਰ ਇੰਨਾ ਸ਼ਾਂਤ ਸੀ ਕਿ ਉਸਨੂੰ ਕਲੌਕ ਦੀ ਟਿਕ ਟਿਕ ਵੀ ਸੁਣ ਰਹੀ ਸੀ, ਜੋ ਕਿ ਹਾਲ ਦੇ ਵਿੱਚ ਲੱਗਾ ਹੋਇਆ ਸੀ। ਵੇਅਰ ਇਜ਼ ਐਵਰੀਬਡੀ ਹੀ ਯੈਲਡ। ਉਹ ਚਿল্ਲਾਇਆ, ਸਾਰੇ ਕਿੱਥੇ ਨੇ? Puzzled by the silence of the household, Philip ran into the kitchen। ਉਸਨੂੰ ਕੁਝ ਸਮਝ ਨਹੀਂ ਆਇਆ ਕਿ ਇਹ ਸਾਇਲੈਂਸ ਕਿਉਂ ਹੈ। ਰਸੋਈ 'ਚ ਗਿਆ। ਔਨ ਦ ਟੇਬਲ ਹੀ ਫਾਊਂਡ ਸਮ ਸੈਂਡਵਿਚਿਸ ਐਂਡ ਅ ਨੋਟ ਫਰੋਮ ਹਿਜ਼ ਮਦਰ। ਟੇਬਲ 'ਤੇ ਉਸਨੂੰ ਕੁਝ ਸੈਂਡਵਿਚਿਸ ਮਿਲੇ ਅਤੇ ਉਸਦੇ ਮਾਤਾ ਜੀ ਨੇ ਇੱਕ ਛੋਟਾ ਜਿਹਾ ਨੋਟ ਲਿਖ ਕੇ ਰੱਖਿਆ ਹੋਇਆ ਸੀ। ਸ਼ੀ ਹੈਡ ਬੀਨ ਕਾਲਡ ਅਵੇ ਵੈਰੀ ਸਡਨਲੀ ਬਾਏ ਦ ਇਲਨੈਸ ਆਫ ਅ ਫਰੈਂਡ। ਸ਼ੀ ਵੁੱਡ ਨਾਟ ਬੀ ਬੈਕ ਅੰਟਿਲ ਲੇਟ ਇਵਨਿੰਗ। ਅਚਾਨਕ ਇੱਕ ਫਰੈਂਡ ਦੇ ਬਿਮਾਰ ਹੋਣ ਕਰਕੇ ਮਾਤਾ ਨੂੰ ਬੁਲਾ ਲਿਆ ਗਿਆ ਅਤੇ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਮੈਂ ਸ਼ਾਮ ਦੇਰ ਨਾਲ ਆਊਂਗੀ। ਫਿਲਿਪ ਲੁੱਕਡ ਐਟ ਦ ਕਲੌਕ। ਫਿਲਿਪ ਨੂੰ ਕੌਂਸਰਟ ਦਾ ਖਿਆਲ ਆਇਆ। ਉਹਨੇ ਕਲੌਕ ਵੱਲ ਵੇਖਿਆ। ਹੀ ਵੁੱਡ ਹੈਵ ਟੂ ਹਰੀ ਟੂ ਗੈਟ ਟੂ ਦ ਕੌਂਸਰਟ ਔਨ ਟਾਈਮ। ਉਸਨੂੰ ਜਲਦੀ ਜਲਦੀ ਜਾਣਾ ਪੈਣਾ ਸੀ ਕੌਂਸਰਟ ਦੇ ਵਿੱਚ ਟਾਈਮ 'ਤੇ ਜਾਣ ਲਈ। ਹੀ ਵਾਸ਼ਡ ਗੋਬਲਡ ਅ ਸੈਂਡਵਿਚ ਐਂਡ ਰੈਨ ਟੂ ਹਿਜ਼ ਰੂਮ ਟੂ ਡਰੈਸ। ਉਸਨੇ ਆਪਣਾ ਮੂੰਹ ਹੱਥ ਧੋਇਆ, ਫਟਾਫਟ ਇੱਕ ਸੈਂਡਵਿਚ ਨਿਗਲ ਲਿਆ ਅਤੇ ਆਪਣੇ ਕਮਰੇ 'ਚ ਕੱਪੜੇ ਪਹਿਨਣ ਲਈ ਪਹੁੰਚਿਆ। ਹੀ ਲੁੱਕਡ ਫॉर ਅ ਸ਼ਰਟ ਇਨ ਦ ਡਰਾਵਰ ਬਟ ਹਿਜ਼ ਕਲੀਨ ਲਾਂਡਰੀ ਵੇਅਰ ਹਿਜ਼ ਕਲੀਨ ਲਾਂਡਰੀ ਵਾਜ਼ ਕੈਪਟ।
ਤਾਂ ਜਿੱਥੇ ਉਸਦੇ ਮਾਤਾ ਜੀ ਜਿਹੜੇ ਦਰਾਜ਼ ਵਿੱਚ ਉਸਦੇ ਸਾਫ਼ ਕੱਪੜੇ ਰੱਖਦੇ ਸਨ, ਉਸ ਦਰਾਜ਼ ਦੇ ਵਿੱਚ ਉਸਨੂੰ ਕੱਪੜੇ ਨਹੀਂ ਮਿਲੇ। ਜਦੋਂ ਉਹਨੇ ਲੱਭੇ, ਦ ਡਰਾਅਰ ਵਾਜ਼ ਐਮਟੀ, ਕਿਉਂਕਿ ਦਰਾਜ਼ ਖਾਲੀ ਸੀ। ਦ ਲੌਂਡਰੀ ਹੈਡ ਨਾਟ ਯੈਟ ਕਮ ਬੈਕ, ਕੱਪੜੇ ਧੁਲ ਕੇ ਵਾਪਸ ਨਹੀਂ ਆਏ ਸੀ। ਓ ਫਿਲਿਪ ਮੋਨ ਫੋਨਡਲੀ, ਦੁਖੀ ਹੋ ਕੇ ਉਸਨੇ ਕਿਹਾ, ਓਹ ਵਟ ਸ਼ੈਲ ਆਈ ਡੂ, ਹੁਣ ਮੈਂ ਕੀ ਕਰਾਂ। ਆਈ ਕਾਂਟ ਪਲੇ ਵਿਦਾਊਟ ਅ ਕਲੀਨ ਸ਼ਰਟ, ਤਾਂ ਮੈਂ ਕੌਂਸਰਟ ਦੇ ਵਿੱਚ ਸਾਫ਼ ਕੱਪੜੇ ਪਹਿਨੇ ਬਿਨਾਂ ਨਹੀਂ ਜਾ ਸਕਦਾ। Suddenly, Philip realized that he ought to tell his music teacher, Professor Esputa, at once. ਫਿਰ ਉਸਨੂੰ ਆਪਣੇ ਮਿਊਜ਼ਿਕ ਟੀਚਰ ਦੀ ਯਾਦ ਆਈ ਜਿਨ੍ਹਾਂ ਦਾ ਨਾਮ ਸੀ ਪ੍ਰੋਫੈਸਰ ਐਸਪਿਊਟਾ। ਤਾਂ ਉਸਨੂੰ ਲੱਗਿਆ ਕਿ ਕਿਉਂ ਨਾ ਮੈਂ ਫੌਰਨ ਜਾ ਕੇ ਮਿਸਟਰ ਐਸਪਿਊਟਾ ਨੂੰ ਇਸ ਬਾਰੇ ਦੱਸਾਂ। He ran over to the school and gasped out his story. ਉਹ ਭੱਜਿਆ ਭੱਜਿਆ ਸਕੂਲ ਗਿਆ ਅਤੇ ਉਸਨੇ ਮਿਸਟਰ ਐਸਪਿਊਟਾ ਨੂੰ ਸਭ ਕੁਝ ਦੱਸਿਆ। At first, the professor scowled with concern. ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਨੇ ਡਾਂਟਿਆ, ਮੱਥੇ ਤਿਉੜੀਆਂ ਪਾਈਆਂ। ਬਟ ਦੈਨ ਹੀ ਸੈਡ, ਫਿਰ ਕਿਹਾ, ਦੈਟਸ ਆਲ ਰਾਈਟ, ਰਨ ਟੂ ਮਾਈ ਹਾਊਸ, ਟੈਲ ਮਾਈ ਵਾਈਫ ਟੂ ਗਿਵ ਯੂ ਵਨ ਆਫ ਮਾਈ ਸ਼ਰਟਸ। ਫਿਰ ਉਹਨਾਂ ਨੇ ਸ਼ਾਂਤ ਹੁੰਦੇ ਹੋਏ ਕਿਹਾ, ਕੋਈ ਗੱਲ ਨਹੀਂ, ਮੇਰੇ ਘਰ ਜਾਓ ਭੱਜ ਕੇ, ਮੇਰੀ ਪਤਨੀ ਨੂੰ ਦੱਸੋ, ਤੁਹਾਨੂੰ ਕੋਈ ਮੇਰੀ ਸ਼ਰਟ ਦੇ ਦੂਗੀ। ਮਿਸਿਸ ਐਸਪਿਊਟਾ ਕੁਇਕਲੀ ਫੈਚਡ ਵਨ ਆਫ ਹਰ ਹਸਬੈਂਡਸ ਵਾਈਟ ਸ਼ਰਟਸ। ਸੋ ਮਿਸਿਸ ਐਸਪਿਊਟਾ ਨੇ ਫਟਾਫਟ ਆਪਣੇ ਹਸਬੈਂਡ ਦੀ ਇੱਕ ਪੁਰਾਣੀ ਵਾਈਟ ਸ਼ਰਟ ਦੇਖੀ। ਬਟ ਵੈਨ put it on, she began to exclaim, oh dear gracious, the shirt was so large that Philip was almost lost in it. ਤਾਂ ਜਦੋਂ ਸ਼ਰਟ ਪਾਈ ਫਿਲਿਪ ਦੇ, ਇੱਕਦਮ ਉਸਨੇ ਪਰੇਸ਼ਾਨ ਹੋ ਕੇ ਕਿਹਾ, ਹੇ ਪਰਮਾਤਮਾ, ਕਿਉਂਕਿ ਸ਼ਰਟ ਇੰਨੀ ਵੱਡੀ ਸੀ, ਫਿਲਿਪ ਉਹਦੇ ਵਿੱਚ ਗੁਆਚ ਹੀ ਗਿਆ ਸੀ। ਹੇਸਟੀਲੀ ਮਤਲਬ ਕਾਲੀ ਨਾਲ, ਮਿਸਿਸ ਐਸਪਿਊਟਾ ਫਾਊਂਡ ਅ ਬਾਕਸ ਆਫ ਪਿੰਸ। ਉਸਨੇ ਇੱਕ ਡੱਬਾ ਲੱਭਿਆ ਪਿੰਸ ਵਾਲਾ। ਇਨ ਅ ਟਵਿੰਕਲਿੰਗ ਹਰ ਨਿੰਬਲ ਫਿੰਗਰਸ ਪਿੰਡ ਇਨਫ ਟਕਸ ਇਨ ਦ ਸ਼ਰਟ ਟੂ ਮੇਕ ਇਟ ਫਿਟ ਫਿਲਿਪ। ਤਾਂ ਉਹਨਾਂ ਦੀਆਂ ਜਿਹੜੀਆਂ ਇੱਕ ਮਤਲਬ ਪਲਕ ਝਪਕਦੇ ਹੀ ਉਹਨੂੰ ਇੱਕ ਖਿਆਲ ਆਇਆ ਅਤੇ ਉਸ ਦੀਆਂ ਜਿਹੜੀਆਂ ਨਿੰਬਲ ਫਿੰਗਰ ਸੀ, ਉਹਨਾਂ ਦੀਆਂ ਤੇਜ਼ ਤੇਜ਼ ਉਂਗਲੀਆਂ ਨੇ ਫਟਾਫਟ ਪਿੰਨ ਲਾ ਕੇ ਫਿਲਿਪ ਦੇ ਸ਼ਰਟ ਫਿਟ ਕਰਤੀ। ਦੇ ਬੋਥ ਹੀਵਡ ਅ ਬਿਗ ਸਾਈ ਆਫ ਰਿਲੀਫ ਵੈਨ ਦਾ ਜੋਬ ਵਾਜ਼ ਫਿਨਿਸ਼ਡ। ਜਦੋਂ ਇਹ ਕੰਮ ਪੂਰਾ ਹੋਇਆ, ਦੋਵਾਂ ਨੇ ਇੱਕ ਬੜਾ ਵੱਡਾ ਸੁੱਖ ਦਾ ਸਾਹ ਲਿਆ। ਦੈਨ ਫਰੀ ਫਰੋਮ ਐਨਜ਼ਾਈਟੀ, ਫਿਲਿਪ ਹਰੀਡ ਬੈਕ ਟੂ ਦ ਸਕੂਲ। ਹੁਣ ਐਨਜ਼ਾਈਟੀ ਹੁੰਦੀ ਚਿੰਤਾ, ਤਾਂ ਚਿੰਤਾ ਤੋਂ ਮੁਕਤ ਹੋ ਗਿਆ ਫਿਲਿਪ, ਸ਼ਰਟ ਉਸਨੂੰ ਮਿਲ ਗਈ ਅਤੇ ਉਹ ਸਕੂਲ ਚਲਾ ਗਿਆ, ਕਿਉਂਕਿ ਕੌਂਸਰਟ ਦੀ ਉਸਨੂੰ ਕੋਈ ਦਿੱਕਤ ਨਹੀਂ ਸੀ। ਦ ਕੌਂਸਰਟ ਫਾਈਨਲੀ ਬਿਗੈਨ, ਕੌਂਸਰਟ ਸ਼ੁਰੂ ਹੋ ਗਿਆ। ਐਂਡ ਸੂਨ ਇਟ ਵਾਜ਼ ਫਿਲਿਪਸ ਟਰਨ, ਇਟ ਵਾਜ਼ ਟਾਈਮ ਫॉर ਫਿਲਿਪਸ ਆਲਸੋ, ਫਿਲਿਪ ਦੀ ਵਾਰੀ ਵੀ ਆ ਗਈ। ਹੀ ਸਟੂਡ ਅਪ, ਪਲੇਸ ਦ ਵਾਇਲਨ ਅੰਡਰ ਹਿਸ ਚਿਨ, ਰੇਜ਼ ਹਿਸ ਬੋ। ਉਹ ਖੜ੍ਹਾ ਹੋਇਆ ਅਤੇ ਆਪਣੀ ਪਰਫੋਰਮੈਂਸ ਸ਼ੁਰੂ ਕਰਨ ਲੱਗਾ। ਉਸਨੇ ਆਪਣੀ ਵਾਇਲਨ ਆਪਣੀ ਠੋਡੀ ਦੇ ਨੀਚੇ ਰੱਖੀ ਔਰ ਉਸਨੇ ਆਪਣੀ ਬਾਂਹ ਚੁੱਕ ਕੇ ਵਜਾਉਣਾ ਸ਼ੁਰੂ ਕੀਤਾ ਵਾਇਲਨ ਨੂੰ। ਵਿਦ ਹਾਰਰ ਹੀ ਫੈਲਟ ਪਿਨ ਪੁਲਿੰਗ ਲੂਜ਼ ਇਨ ਦ ਬੈਕ ਆਫ ਹਿਸ ਸ਼ਰਟ। ਤਾਂ ਵਜਾਉਣ ਹੀ ਲੱਗਾ ਵਾਇਲਨ, ਇੱਕਦਮ ਡਰ ਗਿਆ ਕਿਉਂਕਿ ਉਸਨੂੰ ਲੱਗਿਆ ਕਿ ਉਸਦੀ ਪਿਨ ਖੁੱਲ੍ਹਣੀ ਸ਼ੁਰੂ ਹੋ ਗਈ ਹੈ। ਬਟ ਹੀ ਰਿਕਾਲਡ ਹਾਊ ਮੈਨੀ ਪਿੰਸ had been inserted in the shirt and thought losing one won't matter. ਉਸਨੇ ਸੋਚਿਆ, ਇੱਕਦਮ ਯਾਦ ਕੀਤਾ ਕਿ ਬਹੁਤ ਸਾਰੀਆਂ ਪਿੰਸ ਲੱਗੀਆਂ, ਚੱਲ ਕੋਈ ਨਾ, ਇੱਕ ਨਿਕਲ ਗਈ, ਕੋਈ ਗੱਲ ਨਹੀਂ। ਫਿਰ ਫਿਲਿਪ ਸਟਾਰਟਡ ਟੂ ਪਲੇ। ਉਸਨੇ ਕਿਹਾ ਕਿ ਚਲੋ ਇੱਕ ਪਿੰਨ ਤੋਂ ਬਿਨਾਂ ਵੀ ਮੈਂ ਵਜਾਉਂਦਾ ਹੀ ਰਹਿਣਾ, ਅਤੇ ਉਸਨੇ ਫਿਰ ਦੁਬਾਰਾ ਵਜਾਉਣਾ ਸ਼ੁਰੂ ਕੀਤਾ। ਐਟ ਫਸਟ ਹਿਜ਼ ਰਾਈਟ ਆਰਮ ਮੂਵਡ ਬੈਕ ਐਂਡ ਫੋਰਥ ਸਲੋਲੀ, ਦੈਨ ਮੋਰ ਸਵਿਫਟਲੀ। ਉਸਦੀ ਸੱਜੀ ਬਾਂਹ, ਕਿਉਂਕਿ ਵਾਇਲਨ ਵਜਾ ਰਹੀ ਸੀ, ਪਹਿਲਾਂ ਹੌਲੀ ਹੌਲੀ ਚੱਲੀ, ਫਿਰ ਬੜੀ ਤੇਜ਼ੀ ਨਾਲ ਚੱਲੀ। ਸਵਿਫਟਲੀ ਮਤਲਬ ਤੇਜ਼ੀ ਨਾਲ। ਬਿਫੋਰ ਲੌਂਗ ਦ ਪਿੰਸ ਦੈਟ ਵਰ ਹੋਲਡਿੰਗ ਹਿਸ ਕਾਲਰ ਪੁਲਡ ਆਊਟ, ਔਰ ਜਲਦੀ ਹੀ ਜਿਹੜੀਆਂ ਪਿੰਸ ਨੇ ਉਸਦੇ ਕਾਲਰ ਨੂੰ ਫੜਿਆ ਸੀ ਉਹ ਸਾਰੀਆਂ ਗਿਰ ਗਈਆਂ। ਦ ਲੂਜ਼ ਲਾਰਜ ਸ਼ਰਟ ਕਾਲਰ ਬਿਗੈਨ ਟੂ ਕਰੀਪ ਔਨ ਦ ਬੈਕ ਆਫ ਫਿਲਿਪਸ ਹੈਡ, ਅਤੇ ਉਸ ਦੀ ਜਿਹੜੀ ਸ਼ਰਟ ਸੀ ਉਹ ਸਾਰੀ ਉਸਦੇ ਸਿਰ ਦੇ ਪਿੱਛੇ ਗਿਰ ਗਈ, ਵੱਡੀ ਸਾਰੀ ਸ਼ਰਟ ਲੂਜ਼ ਹੋ ਕੇ। ਦੈਨ ਦ ਅਨਰੂਲੀ ਸਲੀਵਸ ਗਰੂ ਲੂਜ਼ਰ ਐਂਡ ਲੌਂਗਰ, ਫਿਰ ਉਸ ਦੀਆਂ ਬਾਹਾਂ ਦੇ ਵਿੱਚੋਂ ਵੀ ਪਿੰਨਾਂ ਗਿਰੀਆਂ ਅਤੇ ਉਸ ਦੀਆਂ ਬਾਹਾਂ ਵੀ ਖੁੱਲ੍ਹੀਆਂ ਡੁੱਲੀਆਂ ਹੋ ਗਈਆਂ ਅਤੇ ਲੰਬੀਆਂ ਲੰਬੀਆਂ ਬਾਹਾਂ ਬਾਹਰ ਨਿਕਲ ਆਈਆਂ। ਸਡਨਲੀ ਦ ਸ਼ਰਟ ਫੈਲ ਅਵੇ ਫਰੋਮ ਹਿਜ਼ ਨੈਕ, ਔਰ ਉਸ ਦੇ ਨੈਕ ਤੋਂ ਸ਼ਰਟ ਗਿਰ ਗਈ। ਦ ਆਡੀਅੰਸ ਬਿਗੈਨ ਟੂ ਲਾਫ, ਜਿਹੜੇ ਦਰਸ਼ਕ ਇਹ ਸਭ ਦ੍ਰਿਸ਼ ਦੇਖ ਰਹੇ ਸੀ ਉਹ ਹੱਸਣ ਲੱਗ ਗਏ। ਇਨ ਐਂਬੈਰਸਡ ਕਨਫਿਊਜ਼ਨ ਫਿਲਿਪ ਫੋਰਗਟ ਵਟ ਹੀ ਵਾਜ਼ ਪਲੇਇੰਗ ਐਂਡ ਸਟਾਪਡ ਕੰਪਲੀਟਲੀ। ਇਸ ਤਰ੍ਹਾਂ ਸ਼ਰਮਿੰਦਾ ਹੋਏ ਫਿਲਿਪ ਭੁੱਲ ਗਿਆ ਉਹ ਕੀ ਵਜਾ ਰਿਹਾ ਸੀ, ਸਭ ਕੁਛ ਉਸਦਾ ਰੁਕ ਹੀ ਗਿਆ ਉੱਥੇ ਹੀ। ਦ ਡਿਜ਼ਾਸਟਰ ਸੋ ਅਪਸੈਟ ਹਿਮ ਦੈਟ ਹੀ ਰੈਸ਼ਡ ਆਫ ਦ ਸਟੇਜ। ਇਹ ਸਾਰੇ ਡਿਜ਼ਾਸਟਰ ਨਾਲ, ਇਹ ਸਾਰਾ ਜਿਹੜਾ ਉਸਦੇ ਨਾਲ ਦੁਰਘਟਨਾ ਹੋਈ, ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਸਟੇਜ ਤੋਂ ਹੀ ਭੱਜ ਗਿਆ। ਸਲਡ ਇਨ ਅ ਡਾਰਕ ਕਾਰਨਰ, ਅਤੇ ਜਾ ਕੇ ਇੱਕ ਕੋਨੇ 'ਚ ਲੁਕ ਗਿਆ। ਫਾਈਟਿੰਗ ਬੈਕ ਟੀਅਰਸ
ਹੀ ਮੰਬਲਡ ਗਲੂਮੀਲੀ ਆਈ ਵਿਸ਼ ਆਈ ਵਰ ਡੈਡ। ਅਤੇ ਇਸ ਤਰੀਕੇ ਨਾਲ ਆਪਣਾ ਰੋਣਾ ਸੰਭਾਲਣ ਦੀ ਕੋਸ਼ਿਸ਼ ਕਰਦਾ ਲਿਆ, ਲੇਕਿਨ ਉਸਦਾ ਰੋਣਾ ਆ ਗਿਆ ਅਤੇ ਉਹ ਦੁਖੀ ਹੋ ਕੇ ਗਲੂਮੀਲੀ ਉਦਾਸੀ ਨਾਲ ਕਹਿੰਦਾ ਹੈ, ਕਾਸ਼ ਮੈਂ ਮਰ ਹੀ ਜਾਂਦਾ। ਰਿਫਰੈਸ਼ਮੈਂਟਸ ਵਰ ਸਰਵਡ ਆਫਟਰ ਦ ਕਨਸਰਟ ਬਟ ਫਿਲਿਪ ਵॉज ਟੂ ਬਿਜ਼ੀ ਟੂ ਹੈਵ ਐਨੀ। ਤਾਂ ਜਦੋਂ ਕੌਂਸਰਟ ਖਤਮ ਹੋਇਆ ਉਸ ਤੋਂ ਬਾਅਦ ਰਿਫਰੈਸ਼ਮੈਂਟਸ ਦਿੱਤੀਆਂ ਗਈਆਂ, ਖਾਣ ਪੀਣ ਲਈ ਦਿੱਤਾ ਗਿਆ, ਲੇਕਿਨ ਫਿਲਿਪ ਇੰਨਾ ਉਦਾਸ ਸੀ ਕਿ ਉਸਨੇ ਕੁਛ ਨਹੀਂ ਲਿਆ। ਹੀ ਮਿੰਗਲਡ ਵਿਦ ਦ ਕਰਾਊਡ ਐਜ਼ ਕੁਇਕਲੀ ਐਜ਼ ਹੀ ਕੁਡ, ਹੋਪਿੰਗ ਟੂ ਅਵੋਇਡ ਮਿਸਟਰ ਐਸਪਿਊਟਾ। ਇਸ ਲਈ ਉਹ ਮਿਸਟਰ ਐਸਪਿਊਟਾ ਤੋਂ ਬਚਣ ਲਈ, ਕਿ ਉਹਨੂੰ ਦੇਖੇ ਹੀ ਨਾ ਮਿਸਟਰ ਐਸਪਿਊਟਾ, ਉਹ ਭੀੜ ਦੇ ਵਿੱਚ ਰਲ ਗਿਆ। ਆਫਟਰ ਅ ਵਿਸਫੁਲ ਲੁੱਕ ਐਟ ਦ ਆਈਸਕ੍ਰੀਮ ਫਿਲਿਪ ਵਾਜ਼ ਅਬਾਊਟ ਟੂ ਸਲਿੰਕ ਆਊਟ ਵੈਨ ਅ ਬੂਮਿੰਗ ਵੋਇਸ ਬਿਹਾਈਂਡ ਹਿਮ ਸਕਫਲਡ, ਵੈਲ ਫਿਲਿਪ, you made a nice mess of it. Philip turned and found himself face to face with his glowering teacher. ਦੇਖੋ ਫਿਲਿਪ, ਤੁਸੀਂ ਬਹੁਤ ਖਰਾਬ ਕੀਤਾ ਇਸ ਨੂੰ। ਜਦੋਂ ਫਿਲਿਪ ਨੇ ਇਹ ਆਵਾਜ਼ ਸੁਣੀ ਆਪਣੇ ਪਿੱਛੋਂ ਤਾਂ ਉਹ ਪਿੱਛੇ ਮੁੜ ਕੇ ਦੇਖਿਆ, ਉਸਨੇ ਆਪਣੇ ਗੁੱਸੇ ਭਰੇ ਮਿਸਟਰ ਐਸਪਿਊਟਾ ਟੀਚਰ ਨੂੰ ਦੇਖਿਆ। ਵਿਦ ਨੋ ਸਿੰਪਥੀ ਫॉर ਫਿਲਿਪ, ਮਿਸਟਰ ਐਸਪਿਊਟਾ ਕੰਟੀਨਿਊਡ ਅਨਰੀਜ਼ਨੇਬਲੀ। ਮਿਸਟਰ ਐਸਪਿਊਟਾ ਨੇ ਬਿਲਕੁਲ ਵੀ ਕੋਈ ਸਿੰਪਤੀ ਨਹੀਂ ਕੀਤੀ ਉਹਦੇ ਨਾਲ ਔਰ ਬੋਲਣਾ ਸ਼ੁਰੂ ਕਰਤਾ, ਨੋ ਰਿਫਰੈਸ਼ਮੈਂਟਸ ਫॉर ਯੂ, ਤੂੰ ਕੁਛ ਨਹੀਂ ਖਾਣਾ। ਯੂ ਸ਼ੁੱਡ ਹੈਵ ਸਪੈਂਟ ਦ ਡੇ ਪਲੇਇੰਗ ਬਾਲ, ਯੂ ਸ਼ੁੱਡ ਨਾਟ ਹੈਵ ਸਪੈਂਟ ਦ ਡੇ ਪਲੇਇੰਗ ਬਾਲ। ਤੈਨੂੰ ਪੂਰਾ ਦਿਨ ਬਾਲ ਖੇਡਦੇ ਹੋਏ ਨਹੀਂ ਬਿਤਾਉਣਾ ਚਾਹੀਦਾ ਸੀ। ਯੂ ਸ਼ੁੱਡ ਹੈਵ ਬੀਨ ਪ੍ਰੀਪੇਅਰਿੰਗ ਫॉर ਦ ਇੰਪੋਰਟੈਂਟ ਵਰਕ ਆਫ ਦ ਈਵਨਿੰਗ। ਤੈਨੂੰ ਤਾਂ ਸ਼ਾਮ ਦੇ ਇਸ ਕੌਂਸਰਟ ਲਈ ਤਿਆਰੀ ਕਰਨੀ ਚਾਹੀਦੀ ਸੀ। ਯੂ ਆਟ ਟੂ ਬੀ ਅਸ਼ੇਮਡ, ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਫਿਲਿਪ ਹੰਗ ਹਿਜ਼ ਹੈਡ, ਫਿਲਿਪ ਨੇ ਸਿਰ ਝੁਕਾ ਲਿਆ। ਸਾਈਡ ਹੈਵੀਲੀ, ਔਖੇ ਔਖੇ ਸਾਹ ਲੈਂਦਾ ਰਿਹਾ। ਐਂਡ ਟਰਸਡ ਹੋਮ, ਘਰ ਭੱਜ ਗਿਆ। ਦ ਇੰਸੀਡੈਂਟ ਲੈਫਟ ਸਚ ਐਨ ਇੰਪ੍ਰੈਸ਼ਨ ਔਨ ਹਿਮ ਦੈਟ ਹੀ ਆਲਵੇਜ਼ ਰਿਮੈਂਬਰਡ ਇਟ। ਇਸ ਤਰ੍ਹਾਂ ਉਹਦੇ ਮਨ 'ਤੇ ਇਹ ਘਟਨਾ ਛਪ ਗਈ ਕਿ ਉਹ ਇਸ ਨੂੰ ਭੁੱਲ ਹੀ ਨਹੀਂ ਪਾ ਰਿਹਾ ਸੀ, ਸਦਾ ਯਾਦ ਰੱਖਦਾ ਸੀ। ਹੀ ਨੈਵਰ ਅਗੇਨ ਟਰਾਈ ਟੂ ਮਿਕਸ ਵਰਕ ਐਂਡ ਪਲੇ। ਇਸ ਤੋਂ ਬਾਅਦ ਉਸਨੇ ਖੇਡ ਅਤੇ ਕੰਮ ਨੂੰ ਕਦੇ ਮਿਕਸ ਨਹੀਂ ਹੋਣ ਦਿੱਤਾ। ਬਟ ਦੈਟ ਵਾਜ਼ ਨਾਟ ਦ ਲਾਸਟ ਟਾਈਮ that he got himself into trouble with Mr. Esputa। ਲੇਕਿਨ ਇਹ ਆਖਰੀ ਵਾਰ ਨਹੀਂ ਸੀ ਕਿ ਉਸਦੀ ਮਿਸਟਰ ਐਸਪਿਊਟਾ ਨਾਲ ਕੋਈ ਮੁਸੀਬਤ ਖੜੀ ਹੋਈ ਸੀ। ਵਨ ਡੇ ਵੈਨ ਫਿਲਿਪ ਵਾਜ਼ 12 both he and his teacher were feeling tired and cross। ਜਦੋਂ ਉਹਦੀ ਉਮਰ 12 ਸਾਲ ਦੀ ਸੀ, ਇੱਕ ਦਿਨ ਉਹ ਅਤੇ ਉਹਦੇ ਟੀਚਰ ਬੜੇ ਥੱਕੇ ਹੋਏ ਸੀ। ਦੇ ਗੋਟ ਇਨ ਟੂ ਅ ਹੀਟਡ ਆਰਗੂਮੈਂਟ ਓਵਰ ਟ੍ਰਿਫਲ, ਛੋਟੀ ਜਿਹੀ ਗੱਲ 'ਤੇ ਉਹਨਾਂ ਦੀ ਬਹਿਸ ਹੋ ਗਈ। ਐਜ਼ ਅ ਰਿਜ਼ਲਟ ਫਿਲਿਪ ਰਿਟਰਨਡ ਹੋਮ ਕਨਵਿੰਸ ਦੈਟ ਹੀ no longer wanted to take the music lessons। ਇਸ ਤਰ੍ਹਾਂ ਫਿਲਿਪ ਘਰ ਵਾਪਿਸ ਆਇਆ ਅਤੇ ਉਸਨੇ ਕਿਹਾ ਕਿ ਹੁਣ ਮੈਂ ਮਿਊਜ਼ਿਕ ਲੈਸਨ ਹੋਰ ਨਹੀਂ ਲੈਣਾ ਚਾਹੁੰਦਾ। ਹੀ ਡਿਸਕਸ ਦ ਮੈਟਰ ਵਿਦ ਹਿਜ਼ ਫਾਦਰ। ਉਸਨੇ ਆਪਣੇ ਪਿਤਾ ਜੀ ਨਾਲ ਇਹ ਸਾਰਾ ਮੈਟਰ ਸੀ ਜਿਹੜਾ ਉਹ ਡਿਸਕਸ ਕੀਤਾ ਹੈ, ਸਾਰਾ ਮਾਮਲਾ। ਵੈਲ ਕਮੈਂਟਡ ਮਿਸਟਰ ਐਸਪਿਊਟਾ, ਇਟ ਸੀਮਸ ਦੈਟ ਯੂ ਡੋਂਟ ਵਾਂਟ ਟੂ ਬੀ ਅ ਮਿਊਜ਼ੀਸ਼ੀਅਨ। ਇਜ਼ ਦੇਅਰ ਐਨੀਥਿੰਗ ਐਲਸ ਯੂ ਵੁਡ ਪ੍ਰੈਫਰ ਟੂ ਬੀ। ਤੁਹਾਡੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਸੰਗੀਤ ਛੱਡਣਾ, ਸੰਗੀਤਕਾਰ ਬਣਨਾ ਨਹੀਂ ਚਾਹੁੰਦੇ। ਦੇਖੋ, ਬਚਪਨ ਤੋਂ ਫਿਲਿਪ ਕੀ ਬਣਨਾ ਚਾਹੁੰਦਾ ਸੀ? ਸੰਗੀਤਕਾਰ। ਅਚਾਨਕ ਹੀ ਉਹ ਸੰਗੀਤ ਛੱਡ ਕੇ ਕਹਿੰਦਾ ਹੈ ਕਿ ਮੈਂ ਸੰਗੀਤਕਾਰ ਨਹੀਂ ਬਣਨਾ। ਤਾਂ ਪਿਤਾ ਜੀ ਪੁੱਛਦੇ ਆ ਕੀ ਕੁਛ ਹੋਰ ਕੰਮ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ? ਯੈਸ ਸੈਡ ਫਿਲਿਪ, ਆਈ ਵਾਂਟ ਟੂ ਬੀ ਅ ਬੇਕਰ। ਹਾਂ, ਮੈਂ ਮਿਊਜ਼ਿਕ ਛੱਡ ਕੇ ਬੇਕਰ ਬਣਨਾ ਚਾਹੁੰਦਾ ਹਾਂ, ਫਿਲਿਪ ਨੇ ਜਵਾਬ ਦਿੱਤਾ। ਮਿਸਟਰ ਸੌਸਾ's ਆਈਬ੍ਰੋਜ਼ ਫਲੂ ਅਪ। ਅ ਬੇਕਰ? ਹੀ ਆਸਕਡ ਇਨ ਸਰਪ੍ਰਾਈਜ਼। ਹੈਰਾਨ ਹੋ ਕੇ ਫਿਲਿਪ ਸੌਸਾ ਦੇ ਪਿਤਾ ਜੀ ਮਿਸਟਰ ਸੌਸਾ ਨੇ ਪੁੱਛਿਆ, ਤੂੰ ਬੇਕਰ ਬਣਨਾ ਹੈ? ਯੈਸ ਅ ਬੇਕਰ, ਫਿਲਿਪ ਆਨਸਰਡ ਫਰਮਲੀ। ਪੂਰੀ ਦ੍ਰਿੜ ਨਿਸ਼ਚੈ ਨਾਲ ਫਿਲਿਪ ਨੇ ਕਿਹਾ ਕਿ ਹਾਂ, ਮੈਂ ਬੇਕਰ ਹੀ ਬਣਨਾ ਹੈ। ਇਫ ਦੈਟਸ ਵਟ ਯੂ ਵਾਂਟ, ਰਿਪਲਾਈਡ ਮਿਸਟਰ ਸੌਸਾ, ਆਈ ਵਿਲ ਸੀ ਵਟ ਆਈ ਕੈਨ ਡੂ ਟੂ ਗੈਟ ਯੂ ਅ ਸੂਟੇਬਲ ਪੋਜੀਸ਼ਨ ਇਨ ਅ ਬੇਕਰੀ। ਅਗਰ ਇਹੀ ਕੰਮ ਤੁਸੀਂ ਕਰਨਾ ਤਾਂ ਮੈਂ ਦੇਖੂੰਗਾ ਕਿ ਤੁਹਾਨੂੰ ਕਿਵੇਂ ਬੇਕਰੀ ਦੇ ਵਿੱਚ ਮੈਂ ਸਹੀ ਸਥਾਨ ਦਵਾ ਸਕਦਾ। ਆਈਲ ਗੋ ਐਂਡ ਅਟੈਂਡ ਟੂ ਇਟ ਰਾਈਟ ਅਵੇ। ਮੈਂ ਜਾਣਾ, ਬੇਕਰੀ ਦੇਖ ਕੇ ਆਉਣਾ। ਐਂਡ ਹੀ ਵੈਂਟ ਆਊਟ ਆਫ ਦ ਹਾਊਸ। ਘਰੋਂ ਬਾਹਰ ਚਲੇ ਗਏ। ਸੂਨ ਮਿਸਟਰ ਸੌਸਾ ਕੇਮ ਬੈਕ। ਜਲਦੀ ਵਾਪਿਸ ਆਏ। ਵੈਲ ਸਨ, ਹੀ ਇਨਫੋਰਮਡ ਫਿਲਿਪ। ਉਹਨਾਂ ਨੇ ਫਿਲਿਪ ਨੂੰ ਕਿਹਾ, ਬੇਟਾ, ਆਈ ਹੈਵ ਬੀਨ ਟਾਕਿੰਗ ਟੂ ਚਾਰਲੀ ਦ ਬੇਕਰ। ਮੈਂ ਚਾਰਲੀ ਬੇਕਰ ਨਾਲ ਗੱਲ ਕਰ ਰਿਹਾ ਹਾਂ। ਹਿਜ਼ ਸ਼ਾਪ ਇਜ਼ ਅ ਫਿਊ ਬਲੌਕਸ ਅਵੇ। ਥੋੜ੍ਹੀ ਹੀ ਦੂਰ ਉਸਦੀ ਦੁਕਾਨ ਹੈ। ਐਂਡ ਹੀ ਵਿਲ ਬੀ ਗਲੈਡ ਟੂ ਟੀਚ ਯੂ ਹਾਊ ਟੂ ਬੇਕ ਬ੍ਰੈਡ ਐਂਡ ਪਾਈਜ਼। ਅਤੇ ਉਹ ਬੜੀ ਖੁਸ਼ੀ ਨਾਲ ਤੁਹਾਨੂੰ ਬ੍ਰੈਡ ਬਣਾਉਣਾ ਅਤੇ ਪਾਈਜ਼ ਬਣਾਉਣਾ ਸਿਖਾਊਗਾ। ਹੀ ਇਜ਼ ਐਕਸਪੈਕਟਿੰਗ ਯੂ ਟੂ ਨਾਈਟ ਐਟ 8:30। ਅੱਜ ਰਾਤ ਨੂੰ 8:30 ਵਜੇ ਤੁਹਾਡਾ ਇੰਤਜ਼ਾਰ ਕਰੇਗਾ। ਗੁੱਡ ਸੈਡ ਫਿਲਿਪ, ਬਟ ਵਿਦ ਲਿਟਲ ਐਂਥੂਜ਼ੀਆਜ਼ਮ। ਅੱਛੀ ਗੱਲ ਹੈ, ਫਿਲਿਪ ਨੇ ਕਿਹਾ, ਲੇਕਿਨ ਉਸਦੇ ਅੰਦਰ ਕੋਈ ਜੋਸ਼ ਨਹੀਂ ਸੀ। ਮਾਈ ਡੀਅਰ ਸਟੂਡੈਂਟਸ, ਦਿਸ ਇਜ਼ ਦ ਐਂਡ ਆਫ ਦ ਪਾਰਟ 1।
ਇਸ ਪੂਰੇ ਪਾਰਟ 1 ਦੇ ਵਿੱਚ ਤੁਸੀਂ ਨੋਟ ਡਾਊਨ ਕੀਤਾ ਕਿ what did Philip want to be as a child? He wanted to be a musician as a child. At what age? From the age of 7 years. 7 ਸਾਲ ਦੀ ਉਮਰ 'ਚ ਉਹਨੇ ਸੁਪਨਾ ਸਜਾ ਲਿਆ ਸੀ ਕਿ ਸੰਗੀਤਕਾਰ ਬਣਨਾ ਹੈ। What was his father doing? His father was working in marine band. ਉਸਦੇ ਪਿਤਾ ਜੀ ਵੀ marine band 'ਚ ਲੱਗੇ ਹੋਏ ਸੀ। In which section? In brass section. Okay, at which age he joined the music school? At the age of 7 years. 7 ਸਾਲ ਦੀ ਉਮਰ 'ਚ ਉਹਨੇ ਮਿਊਜ਼ਿਕ ਸਕੂਲ ਜੁਆਇਨ ਕਰ ਲਿਆ ਸੀ। ਐਂਡ ਐਟ ਵਿਚ ਏਜ ਹੀ ਵਾਜ਼ ਟੂ ਪਰਫਾਰਮ ਦ ਸੋਲੋ ਕੰਸਰਟ। ਕਿੰਨੀ ਉਮਰ ਦੇ ਵਿੱਚ ਉਹਨੇ ਸੋਲੋ ਕੰਸਰਟ 'ਚ ਹਿੱਸਾ ਲੈਣਾ ਸੀ? 11 ਈਅਰਸ। ਔਰ ਪਹਿਲਾ ਡਿਜ਼ਾਸਟਰ ਕਦੋਂ ਹੋਇਆ? ਵੈਨ ਹੀ ਵਾਜ਼ 11 ਈਅਰਸ ਓਲਡ। ਕਿਸ ਗੇਮ ਕਰਕੇ ਹੋਇਆ? ਬੇਸਬਾਲ ਕਰਕੇ ਹੋਇਆ। ਹੂ ਹੈਲਪਡ ਟੂ ਗੈਟ ਦ ਕਲੀਨ ਸ਼ਰਟ? ਕਿਸਨੇ ਮਦਦ ਕੀਤੀ ਕਲੀਨ ਸ਼ਰਟ ਲੈਣ ਦੇ ਵਿੱਚ? ਮਿਸਿਜ਼ ਐਸਪੀਟਾ, ਮਿਊਜ਼ਿਕ ਟੀਚਰਸ ਵਾਈਫ। ਐਂਡ ਵੈਨ ਹੀ ਲੈਫਟ ਮਿਊਜ਼ਿਕ ਵਟ ਡਿਡ ਹੀ ਵੋਂਟ ਟੂ ਬਿਕਮ? ਮਿਊਜ਼ਿਕ ਛੱਡ ਕੇ ਕੀ ਬਣਨਾ ਚਾਹੁੰਦਾ ਸੀ? ਹੀ ਵੋਂਟਿਡ ਟੂ ਬਿਕਮ ਅ ਬੇਕਰ ਆਫਟਰ ਲਿਵਿੰਗ ਮਿਊਜ਼ਿਕ। ਮਿਊਜ਼ਿਕ ਛੱਡਣ ਤੋਂ ਬਾਅਦ ਇੱਕ ਬੇਕਰ ਬਣਨਾ ਚਾਹੁੰਦਾ ਸੀ। ਰੈਸਟ ਆਫ ਦ ਚੈਪਟਰ ਆਈ ਵਿਲ ਟੈਲ ਯੂ ਇਨ ਪਾਰਟ 2. Till then, keep on reading. Subscribe the channel for more such videos. Thank you and have a nice time.